ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਲੱਦਮ ਲੱਭਨਹਾਰ ਕਰਮ ਕਰੰਦੋ ਮਾਪਿਰੀ। ਇੱਕੋ ਸਿਰਜਨਹਾਰ ਨਾਨਕ ਬਿਆ ਨਾ ਪਸੀਐ। ਮਹੱਲਾ ਪੰਜਵਾ। ਪਾਪੜਿਆ ਪਛਾੜ ਬਾਨਸ ਚਾਵਾ ਸੰਨ ਕੈ। ਗੁਰ ਮੰਤਰੜਾ ਚਿਤਾਰ ਨਾਨਕ ਦੁਖ ਨਾ ਥੀਵਈ। ਪੌੜੀ। ਵਾਹ ਵਾਹ ਸਿਰਜਨਹਾਰ ਪਾਈਨ ਠਾਂਡ ਆਪ। ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ। ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ। ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ। ਕੀਤੀਅਨ ਆਪਣੀ ਰੱਖ ਗਰੀਬ ਨਿਵਾਜ ਥਾਪ। ਆਪੇ ਲਇਨ ਛਡਾਏ ਬੰਧਨ ਸਗਲ ਕਾਪ। ਤਿਸ਼ਨ ਬੁਝੀ ਆਸ ਪੁੰਨੀ ਮਨ ਸੰਤੋਖ ਤਰਾਪ। ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਗੂਜਰੀ ਕੀ ਵਾਰ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ 13ਵੀਂ ਪੌੜੀ ਅਤੇ ਉਹਦੇ ਨਾਲ ਲੱਗਦੇ ਹੋਏ 2 ਸ਼ਲੋਕਾਂ ਦਾ ਮੂਲ ਪਾਠ ਹੈ। ਇਸ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਦੋਂ ਜੀਵਾਂ ਦੇ ਉੱਤੇ ਦਇਆ ਮਿਹਰ ਕਰਦਾ ਏ, ਸਤਿਗੁਰੂ ਕਹਿਣ ਲੱਗੇ ਉਹ ਪਰਮਾਤਮਾ ਫਿਰ ਜੀਵ ਦੇ ਦੁੱਖ ਰੋਗ ਕਲੇਸ਼ਾਂ ਨੂੰ ਖਤਮ ਕਰਕੇ ਤਪਦੇ ਹੋਏ ਵਿਕਾਰਾਂ ਦੇ ਵਿੱਚ ਹਿਰਦੇ ਨੂੰ ਜਿਹੜਾ ਹੈ ਉਹ ਨਾਮ ਦੇ ਜਲ ਦੇ ਨਾਲ ਠੰਡਿਆਂ ਕਰ ਦਿੰਦਾ ਹੈ। ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਇਹ ਪਰਮਾਤਮਾ ਦੀ ਦਇਆ, ਪਰਮਾਤਮਾ ਦੀ ਕਿਰਪਾ ਹੋਵੇ ਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤੇ ਮਨੁੱਖ ਜਿਹੜਾ ਹੈ ਉਹ ਪਾਪਾਂ ਦੇ ਵਿੱਚੋਂ ਨਿਕਲ ਨਹੀਂ ਸਕਦਾ। ਪਰ ਜਦੋਂ ਮਾਲਕ ਕਿਰਪਾ ਕਰਦਾ ਹੈ, ਉਹਨੂੰ ਪਾਪਾਂ ਨੂੰ ਜਿਹੜਾ ਹੈ ਉਹ ਬਾਣ ਦੇ ਗੁਰੂ ਦੇ ਸ਼ਬਦ ਰੂਪੀ ਬਾਣ ਦੇ ਨਾਲ ਖਤਮ ਕਰਕੇ ਤੇ ਜੀਵ ਨੂੰ ਹਰ ਥਾਂ ਤੇ ਸਰਬ ਵਿਆਪਕ ਪਰਮਾਤਮਾ ਦਿਖਾ ਦਿੰਦਾ ਹੈ। ਸੋ ਇਹ ਅੱਜ ਦੇ ਪਾਵਨ ਸ਼ਬਦ ਦਾ ਅੰਤਰੀ ਭਾਵ ਹੈ। ਆਰੰਭ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸ਼ਲੋਕ ਮਹੱਲਾ ਪੰਜਵਾ। ਇਹ 13ਵੀਂ ਪੌੜੀ ਦਾ ਪਹਿਲਾ ਸ਼ਲੋਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਸਤਿਗੁਰੂ ਕਹਿ ਲਗੇ, ਲੱਦਮ ਲੱਭਨਹਾਰ ਕਰਮ ਕਰੰਦੋ ਮਾਪਿਰੀ।
ਲੱਦਮ ਦਾ ਅੱਖਰੀ ਅਰਥ ਕਰਾਂਗੇ ਲੱਭ ਲਿਆ, ਪ੍ਰਾਪਤ ਕਰਨ ਯੋਗ, ਜਿਹੜਾ ਲੱਭਿਆ ਜਾ ਸਕਦਾ ਹੈ। ਇਹ ਸਿੰਧੀ ਦੇ ਸ਼ਬਦ ਨੇ। ਲੱਭਣਹਾਰ ਉਹ ਪਰਮਾਤਮਾ ਜਿਹੜਾ ਲੱਭਣ ਜੋਗਾ ਸੀ, ਜਿਹਨੂੰ ਅਸੀਂ ਲੱਭ ਸਕਦੇ ਸਾਂ। ਲੱਦਮ ਦਾ ਅਰਥ ਹੈ ਲੱਭ ਲਿਆ। ਲੱਭਣਹਾਰ ਦਾ ਅਰਥ ਕਰਾਂਗੇ ਜਿਹੜਾ ਲੱਭਣ ਜੋਗਾ ਹੈ। ਕਰਮ ਦਾ ਅਰਥ ਜੇ ਤੁਸੀਂ ਫਾਰਸੀ 'ਚ ਕਰੋਗੇ ਇਹਦਾ ਅਰਥ ਹੋਏਗਾ ਬਖਸ਼ਿਸ਼। ਜੇ ਇਹਨੂੰ ਸੰਸਕ੍ਰਿਤ ਦੇ ਵਿੱਚ ਕਰੋਗੇ ਇਹਦਾ ਅਰਥ ਹੋਏਗਾ ਕੰਮ। ਇੱਥੇ ਸ਼ਬਦ ਆਇਆ ਕਰਮ ਕਰੰਦੋ, ਇਹਦਾ ਅਰਥ ਸੰਸਕ੍ਰਿਤ 'ਚ ਨਹੀਂ ਹੋ ਸਕਦਾ, ਕੰਮ ਕਰਨ ਦੇ ਨਾਲ ਨਹੀਂ ਮਿਲਦਾ ਰੱਬ। ਰੱਬ ਜਿਹੜਾ ਹਮੇਸ਼ਾ ਬਖਸ਼ਿਸ਼ ਦੇ ਨਾਲ ਮਿਲਦਾ, ਸੋ ਇਹਦਾ ਅਰਥ ਕਰਾਂਗੇ ਕਰਮ ਕਰੰਦੋ। ਪਰਮਾਤਮਾ ਨੇ ਮੇਰੇ ਤੇ ਬਖਸ਼ਿਸ਼ ਕੀਤੀ। ਕਿੰਨੇ ਕੀਤੀ? ਅੱਗੇ ਸ਼ਬਦ ਹੈ ਮਾਂ ਪਿਰੀ। ਮਾਂ ਦਾ ਅਰਥ ਹੈ ਮੇਰਾ, ਪਿਰੀ ਦਾ ਅਰਥ ਹੈ ਪਿਆਰਾ। ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ। ਮੈਂ ਲੱਭਣ ਯੋਗ ਪਰਮਾਤਮਾ ਨੂੰ ਜਿਹੜਾ ਉਹ ਲੱਭ ਲਿਆ, ਉਹਨੂੰ ਪ੍ਰਾਪਤ ਕਰ ਲਿਆ। ਇਹ ਪਹਿਲੀ ਪੰਕਤੀ ਦੇ ਅਰਥ ਨੇ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇੱਕੋ ਸਿਰਜਣਹਾਰ। ਸਿਰਜਣਹਾਰ ਦਾ ਅੱਖਰੀ ਅਰਥ ਹੁੰਦਾ ਜੀ ਸਿਰਜਣ ਵਾਲਾ, ਪੈਦਾ ਕਰਨ ਵਾਲਾ। ਸਤਿਗੁਰੂ ਕਹਿਣ ਲੱਗੇ ਭਲਿਆ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ, ਕੋਈ ਦੋ ਨਹੀਂ, ਉਹ ਕੇਵਲ ਤੇ ਕੇਵਲ ਇੱਕ ਹੈ। ਨਾਨਕ ਬਿਆ ਨਾ ਪਸੀ ਹੈ। ਬਿਆ ਦਾ ਅਰਥ ਹੁੰਦਾ ਦੂਜਾ। ਵੈਸੇ ਲਫ਼ਜ਼ੀ ਇਹਦਾ ਅੱਖਰੀ ਜੇ ਆਪਾਂ ਪਾਠ ਕਰਾਂਗੇ ਉਹ ਬੀਆ ਹੁੰਦਾ ਹੈ। ਬੀਆ ਦਾ ਅਰਥ ਹੁੰਦਾ ਦੂਜਾ। ਇੱਥੇ ਚਲੋ ਸਿਹਾਰੀ ਦੇ ਨਾਲ ਬਿਆ ਆਇਆ। ਕਹਿਣ ਲੱਗੇ ਬਿਆ ਨਾ ਪਸੀ ਹੈ। ਪਸੀਆ ਦਾ ਅਰਥ ਹੁੰਦਾ ਵੇਖਣਾ। ਕਹਿਣ ਲੱਗੇ ਇਸ ਪਾਵਨ ਪੰਕਤੀ ਦਾ ਅਰਥ ਹੋ ਗਿਆ ਕਿ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਿਰਜਣਹਾਰ ਹੈ, ਜਦੋਂ ਉਹ ਮੈਨੂੰ ਮਾਲਕ ਦੀ ਕਿਰਪਾ ਦੇ ਨਾਲ, ਪਿਆਰੇ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਗਿਆ, ਹੁਣ ਅਵਸਥਾ ਇਹੋ ਜਿਹੀ ਬਣ ਗਈ ਹੈ ਮੈਂ ਉਹਨੂੰ ਇੱਕ ਤੋਂ ਬਿਨਾਂ ਕਿਸੇ ਹੋਰ ਦੂਸਰੇ ਨੂੰ ਦੇਖਣ ਦਾ ਯਤਨ ਹੀ ਨਹੀਂ ਕਰਦਾ। ਮੈਂ ਕੇਵਲ ਤੇ ਕੇਵਲ ਉਸ ਇੱਕ ਪਰਮਾਤਮਾ ਨੂੰ ਦੇਖਦਾ ਹਾਂ। ਸੋ ਇਹ ਪਹਿਲੇ ਸ਼ਲੋਕ ਦੇ ਅੱਖਰੀ ਅਰਥ ਨੇ। ਮੈਂ ਇੱਥੇ ਕੁਝ ਬੇਨਤੀਆਂ ਕਰ ਦੇਵਾਂ। ਸਭ ਤੋਂ ਪਹਿਲੀ ਗੱਲ ਕਿ ਪਰਮਾਤਮਾ ਇੱਕ ਹੈ। ਗੁਰਮਤਿ ਦਾ ਜਿਹੜਾ ਫਲਸਫਾ ਹੈ ਨਾ, ਇਹ ਭਾਵੇਂ ਪਿਛਲੇ ਦਿਨਾਂ ਦੀ ਵਿਚਾਰ ਚੱਲ ਰਹੀ ਹੈ ਕਿ ਲੋਕ ਤਿੰਨ ਦੇਵਤਿਆਂ ਦੇ ਵਿੱਚ ਵੰਡਦੇ ਨੇ, ਪਰ ਗੁਰਮਤਿ ਇਹਨੂੰ ਨਹੀਂ ਮੰਨਦੀ। ਗੁਰਮਤਿ ਕਹਿੰਦੀ ਹੈ ਭਾਈ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ। ਇਸੇ ਕਰਕੇ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਜੇ ਨਾ, ਹਰੇਕ ਬਾਣੀ ਦੀ ਆਰੰਭਤਾ ਹੀ ਇੱਕ ਓੰਕਾਰ ਤੋਂ ਹੈ। ਇੱਕ ਦਾ ਅਰਥ ਹੈ ਜਿਹਦੇ ਵਰਗਾ ਦੂਜਾ ਹੋਰ ਹੈ ਹੀ ਕੋਈ ਨਹੀਂ, ਕਿਉਂਕਿ ਇੱਕ ਦੇ ਵਿੱਚ ਇੱਕ ਪਲੱਸ ਕਰੋਗੇ ਦੋ ਤਾਂ ਹੀ ਹੋਣਗੇ ਨਾ। ਜਦੋਂ ਦੂਸਰਾ ਹੈ ਹੀ ਕੋਈ ਨਹੀਂ ਤੇ ਉਹ ਦੋ ਨਹੀਂ ਬਣ ਸਕਦੇ। ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ। ਹਾਂ, ਉਹਦੇ ਨਾਮ ਅਨੇਕਾਂ ਹੋ ਸਕਦੇ ਨੇ। ਹਰੇਕ ਮਤ ਨੇ, ਹਰੇਕ ਧਰਮ ਨੇ ਆਪਣੇ ਆਪਣੇ ਮੁਤਾਬਕ, ਆਪਣੇ ਆਪਣੇ ਸਿਧਾਂਤ ਦੇ ਮੁਤਾਬਕ ਉਹਦੇ ਨਾਮ ਰੱਖੇ ਨੇ। ਅਸੀਂ ਬਾਣੀ ਦੇ ਵਿੱਚ ਬਚਨ ਵੀ ਪੜ੍ਹਦੇ ਹਾਂ। ਮੈਂ ਦੋ ਉਦਾਹਰਨਾਂ ਦੇ ਦਿੰਦਾ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਹਿਣ ਲੱਗੇ ਹੇ ਮਾਲਕ, ਜਿਹੜੇ ਅਸੀਂ ਤੇਰੇ ਨਾਮ ਲੈਨੇ ਇਹ ਕਿਰਤਮ ਨੇ। ਕਿਰਤਮ ਦਾ ਅਰਥ ਹੁੰਦਾ ਉਹਦੀ ਕਿਰਤ ਨੂੰ, ਉਹਦੇ ਕੰਮਾਂ ਨੂੰ ਵੇਖ ਕੇ। ਕਹਿਣ ਲੱਗੇ ਅਸਲ ਦੇ ਵਿੱਚ ਤੇਰਾ ਨਾਮ ਸਤ ਨਾਮ ਹੈ। ਸਤ ਦਾ ਅਰਥ ਹੈ ਸਦੀਵੀ ਹੋਂਦ ਵਾਲਾ। ਤੂੰ ਸਦੀਵੀ ਹੋਂਦ ਵਾਲਾ ਹੈ। ਕੋਈ ਤੈਨੂੰ ਰਾਮ ਕਹਿ ਦੇ, ਕੋਈ ਅੱਲਾ ਕਹਿ ਦੇ, ਕੋਈ ਰਹੀਮ ਕਹਿ ਦੇ, ਕੋਈ ਕਰੀਮ ਕਹਿ ਦੇ। ਇਹ ਸਾਡੀਆਂ ਆਪਣੀਆਂ ਭਾਸ਼ਾਵਾਂ ਦੇ ਘੜੇ ਹੋਏ ਆਪਣੇ ਸ਼ਬਦ ਨੇ। ਤੁਸੀਂ ਇਹ ਵੀ ਬਚਨ ਪੜ੍ਹਦੇ ਜੇ ਕੋਈ ਬੋਲੇ ਰਾਮ ਰਾਮ, ਕੋਈ ਉਹਨੂੰ ਰਾਮ ਕਹਿ ਰਿਹਾ ਹੈ। ਕੋਈ ਖੁਦਾਏ ਕੋਈ ਸਿਵੈ ਗੋਸਈਆਂ, ਕੋਈ ਅੱਲਾਹ ਹੈ, ਕੋਈ ਉਹਨੂੰ ਅੱਲਾ ਕਹਿੰਦਾ ਹੈ, ਕੋਈ ਰਾਮ, ਉਹਨੂੰ ਕੋਈ ਕੁਛ ਕਹਿੰਦਾ ਹੈ। ਪਰ ਗੁਰਮਤਿ ਕਹਿੰਦੀ ਹੈ ਤੂੰ ਜਿਹਨੂੰ ਮਰਜ਼ੀ ਪੁਕਾਰ, ਪਰ ਯਾਦ ਰੱਖੀ ਆਵਾਜ਼ ਇੱਕ ਥਾਂ ਦੇ ਉੱਤੇ ਜਾਂਦੀ ਹੈ ਕੇਵਲ ਤੇ ਕੇਵਲ ਉਹ ਇੱਕ ਪਰਮਾਤਮਾ। ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਜਦੋਂ ਉਹ ਇੱਕ ਹੈ ਤੇ ਸਤਿਗੁਰੂ ਕਹਿਣ ਲੱਗੇ ਫਿਰ ਜੀਵ ਉਸ ਨੂੰ ਲੱਭਣ ਵਾਲੇ ਪਾਸੇ ਨੂੰ ਤੁਰਦਾ ਹੈ। ਜੀਵ ਫਿਰ ਚਾਹੁੰਦਾ ਹੈ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਾਂ। ਤੇ ਕਈ ਵਾਰੀ ਮੈਂ ਇੱਕ ਵਾਰੀ ਇਹ ਸਪਸ਼ਟ ਵੀ ਕੀਤਾ ਸੀ, ਮਨੁੱਖ ਦੇ ਮਨ 'ਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਆਏ ਰੱਬ ਤੋਂ ਹਾਂ, ਫਿਰ ਰੱਬ ਨੂੰ ਕਿਉਂ ਲੱਭਦੇ ਫਿਰਦੇ ਹਾਂ। ਮੈਂ ਇਹ ਫਿਰ ਬੇਨਤੀ ਕਰ ਦੇਣਾ, ਕਈ ਵਾਰ ਮਨੁੱਖ ਦੇ ਮਨ ਦੇ ਵਿੱਚ ਆਮ ਅੱਜ ਤਰਕਵਾਦੀ ਜੀਵ ਇਹ ਸਵਾਲ ਕਰ ਦਿੰਦਾ ਹੈ ਕਿ ਜੇ ਸਾਡੀ ਪੈਦਾਇਸ਼ ਪਰਮਾਤਮਾ ਦੀ ਕਿਰਪਾ ਦੇ ਨਾਲ ਜਾਂ ਪਰਮਾਤਮਾ ਤੋਂ ਹੈ, ਅਸੀਂ ਕਹਿੰਦੇ ਪਰਮਾਤਮਾ ਤੋਂ ਇੱਕ ਤੋਂ ਅਨੇਕਾਂ ਦਾ ਜਿਹੜਾ ਉਹ ਕਨਸੈਪਟ ਚੱਲਿਆ, ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ। ਜੇ ਪਰਮਾਤਮਾ ਤੋਂ ਹੀ ਜੀਵ ਪੈਦਾ ਹੋਇਆ ਤੇ ਫਿਰ ਜੀਵ ਪਰਮਾਤਮਾ ਨੂੰ ਲੱਭਦਾ ਕਿਉਂ ਪਿਆ ਹੈ। ਇੱਕ ਗੱਲ ਯਾਦ ਰੱਖਿਓ,
ਮਨੁੱਖ ਘਰ ਦੇ ਵਿੱਚੋਂ ਚੱਲਦਾ ਹੈ, ਪਰ ਰੱਬ ਨਾ ਕਰੇ ਕਿਸੇ ਕਾਰਨ ਉਹਦੀ ਯਾਦਦਾਸ਼ਤ ਖੋ ਜਾਵੇ, ਉਹਦੀ ਜਿਹੜੀ ਹੈ ਸੋਚਣ ਸਮਝਣ ਦੀ ਸ਼ਕਤੀ ਗਵਾਚ ਜਾਵੇ, ਤੇ ਉਹ ਆਪਣੀਆਂ ਘਰ ਦੀਆਂ ਗਲੀਆਂ ਦੇ ਵਿੱਚ ਲਾਗੇ ਫਿਰਦਾ ਹੋਇਆ ਵੀ ਘਰ ਨਹੀਂ ਪਹੁੰਚ ਸਕੇਗਾ, ਕਿਉਂਕਿ ਉਹਨੂੰ ਘਰ ਦਾ ਪਤਾ ਤੇ ਹੈ ਮੈਂ ਘਰ ਜਾਣਾ ਹੈ, ਪਰ ਯਾਦਦਾਸ਼ਤ ਉਹਦੀ ਖੋ ਚੁੱਕੀ ਹੈ। ਉਹਨੂੰ ਪਤਾ ਨਹੀਂ ਮੈਂ ਘਰ ਜਾਣਾ ਕਹਿੰਦੀ ਹੈ ਤੇ ਮੇਰਾ ਘਰ ਕਿਹੜਾ ਹੈ। ਉਹਨੂੰ ਪਤਾ ਹੈ, ਸਾਨੂੰ ਪਤਾ ਹੈ ਅਸੀਂ ਪਰਮਾਤਮਾ ਦੇ ਕੋਲ ਜਾਣਾ ਹੈ, ਪਰ ਮਨੁੱਖ ਸੰਸਾਰ ਦੇ ਵਿੱਚ ਆਣ ਕੇ ਮਾਇਆ ਦੇ ਵਿੱਚ ਇੰਨਾ ਕੁ ਫਸ ਗਿਆ। ਸਿਰਫ ਸਮਝਣ ਵਾਸਤੇ ਕਹਿ ਦੇਵਾਂ, ਇਹਦੀ ਯਾਦਦਾਸ਼ਤ ਚਲੀ ਗਈ, ਸੋਚਣ ਸਮਝਣ ਦੀ ਸ਼ਕਤੀ ਕੋਈ ਨਾ ਰਹੀ। ਹੁਣ ਮੈਂ ਪਰਮਾਤਮਾ ਦੇ ਕੋਲ ਵਾਪਸ ਜਾਵਾਂ ਕਿਹਦੇ, ਇਹਦੇ ਵਾਸਤੇ ਮਨੁੱਖ ਭਟਕਦਾ ਫਿਰਦਾ ਹੈ। ਹੁਣ ਜਿਵੇਂ ਇੱਕ ਕੋਈ ਆਪਣੇ ਘਰ ਨੂੰ, ਕਿਸੇ ਆਪਣੇ ਟਿਕਾਣੇ ਨੂੰ ਗਵਾਚ ਜਾਵੇ, ਉਹਨੂੰ ਫਿਰ ਲੱਭਣ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਦਾ ਹੈ। ਕਦੀ ਮਨੁੱਖ ਇੱਧਰ ਜਾਵੇਗਾ, ਕਦੀ ਇੱਧਰ ਜਾਵੇਗਾ, ਕਦੀ ਸੱਜੇ, ਕਦੀ ਖੱਬੇ, ਕਦੀ ਅੱਗੇ, ਕਦੀ ਪਿੱਛੇ। ਤੁਸੀਂ ਕਿੰਨਾ ਕੁ ਭਟਕੋਗੇ। ਯਾਦ ਰੱਖਿਓ, ਬਿਨਾਂ ਪਤੇ ਤੋਂ, ਬਿਨਾਂ ਐਡਰੈਸ ਤੋਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਜਿੰਨਾ ਚਿਰ ਗੁਰੂ ਦਾ ਸ਼ਬਦ ਨਹੀਂ ਤੁਹਾਨੂੰ ਮਿਲਦਾ, ਤੁਸੀਂ ਪਰਮਾਤਮਾ ਦੇ ਘਰ 'ਚ ਨਹੀਂ ਪਹੁੰਚ ਸਕਦੇ। ਸਾਡਾ ਪਰਮਾਤਮਾ ਤੋਂ ਵਿਛੜਨ ਦਾ ਕਾਰਨ ਇਹੋ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਸਾਡਾ ਜਨਮ ਹੋਇਆ ਸੀ ਉਦੋਂ ਸਾਡੀ ਰੱਬ ਦੇ ਨਾਲੋਂ ਲਿਵ ਛੁਟਕ ਗਈ। ਮੇਲੇ ਦੇ ਵਿੱਚ ਬੱਚਾ ਜਾਵੇ, ਯਾਦ ਰੱਖਿਓ, ਪਿਓ ਨੇ ਬਾਂਹ ਫੜੀ ਸੀ, ਬੱਚਾ ਨਾਲ ਸੀ, ਹੱਥ ਦੇ ਵਿੱਚੋਂ ਬੱਚੇ ਦੀ ਬਾਂਹ ਨਿਕਲ ਜਾਵੇ, ਉਹ ਬੱਚਾ ਹੀ ਵਿਛੜ ਜਾਂਦਾ ਹੈ, ਬਾਅਦ 'ਚ ਰੋਂਦਾ ਫਿਰਦਾ। ਹਾਲ ਸਾਡਾ ਵੀ ਉਹੋ ਹੀ ਹੈ। ਅਸੀਂ ਸੰਸਾਰ 'ਚ ਆ ਕੇ ਪ੍ਰਭੂ ਦਾ ਲੜ ਛੱਡ ਦਿੱਤਾ। ਅਸੀਂ ਸੰਸਾਰ 'ਚ ਆ ਕੇ ਉਹਦਾ ਸਿਮਰਨ, ਉਹਦੀ ਬੰਦਗੀ ਛੱਡ ਦਿੱਤੀ, ਜਿਹਦੇ ਕਰਕੇ ਜੀਵ ਨੇ ਭਟਕਣਾ ਸ਼ੁਰੂ ਕੀਤਾ। ਫਿਰ ਜਿਹਦੀ ਇਹ ਭਟਕਣਾ ਸੀ ਨਾ, ਯਾਦ ਰੱਖਿਓ, ਭਟਕਣਾ ਤੋਂ ਹੀ ਕਾਰੋਬਾਰ ਸ਼ੁਰੂ ਹੁੰਦੇ ਨੇ। ਮੈਂ ਇੱਕ ਨਾਲ ਦੀ ਨਾਲ ਅੱਜ ਦੀ ਉਦਾਹਰਨ ਦੇਈ ਜਾਵਾਂਗਾ। ਅੱਜ ਤੁਹਾਨੂੰ ਕੋਈ ਮੰਜ਼ਿਲ ਨਾ ਲੱਭਦੀ ਹੋਵੇ, ਤੁਸੀਂ ਗੂਗਲ ਮੈਪ 'ਤੇ ਸਰਚ ਕਰ ਲੈਂਦੇ ਜੇ, ਲੋਕੇਸ਼ਨ ਲਾ ਕੇ ਉੱਥੇ ਪਹੁੰਚ ਜਾਂਦੇ ਆ। ਯਾਦ ਰੱਖਿਓ, ਗੂਗਲ ਮੈਪ ਦਾ ਵੀ ਖਰਚਾ ਪੈਂਦਾ ਹੈ। ਅਸੀਂ ਨੈੱਟ ਦੇ ਰਾਹੀਂ ਡਾਟਾ ਖਰਚ ਕੇ ਇਹ ਸਾਰਾ ਕੁਝ ਲੱਭਦੇ ਆ ਨਾ। ਜੇ ਸਾਡੇ ਕੋਲ ਗੂਗਲ ਮੈਪ ਹੋਵੇ, ਅਸੀਂ ਸਹੀ ਮੰਜ਼ਿਲ 'ਤੇ ਪਹੁੰਚ ਜਾਂਦੇ ਆ। ਜਿਹੜਾ ਮਨੁੱਖ ਗੁਰੂ ਦੇ ਸਹੀ ਸ਼ਬਦ ਨੂੰ ਪਕੜ ਲਵੇ, ਸਹੀ ਰਸਤੇ ਨੂੰ ਪਕੜ ਲਵੇ, ਉਹ ਰੱਬ ਦੇ ਘਰ ਚਲਿਆ ਜਾਂਦਾ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਹੈ, ਨਹੀਂ ਤਾਂ ਲੋਕ ਇੱਧਰ ਉੱਧਰ ਲੁੱਟਣ ਵਾਲੇ ਬੜੇ ਨੇ। ਜਦੋਂ ਤੁਸੀਂ ਟੁੱਟਦੇ ਜੇ ਨਾ, ਉਦੋਂ ਫਿਰ ਦੁਕਾਨਦਾਰੀ ਸ਼ੁਰੂ ਹੁੰਦੀ ਹੈ, ਉਦੋਂ ਭਟਕਣਾ ਸ਼ੁਰੂ ਹੁੰਦੀ ਹੈ। ਹੁਣ ਭਟਕਦਾ ਕਿਉਂ ਜੀਵ ਹੈ, ਮੈਂ ਕੁਝ ਇਹਦੇ ਪਰਥਾਏ ਬੇਨਤੀਆਂ ਕਰਨੀਆਂ ਚਾਹੁੰਦਾ। ਅਸੀਂ ਭਟਕਦੇ ਕਿਉਂ ਆ? ਅੰਮ੍ਰਿਤ ਬਾਣੀ ਦਾ ਬਚਨ ਗੁਰੂ ਅਰਜਨ ਸਾਹਿਬ ਦਾ ਕਹਿਣ ਲੱਗੇ, ਤੂੰ ਪਰਮਾਤਮਾ ਨੂੰ ਭੁੱਲ ਗਿਆ ਤੇ ਤੇਰੀ ਭਟਕਣਾ ਸ਼ੁਰੂ ਹੋ ਗਈ। ਹਰ ਬਿਸਰਤ ਸਦਾ ਖੁਆਰੀ। ਕਹਿ ਲਗੇ ਪਰਮਾਤਮਾ ਨੂੰ ਭੁੱਲਣ ਦੀ ਦੇਰ ਸੀ, ਇਹਦੀ ਭਟਕਣਾ ਸ਼ੁਰੂ ਹੋ ਗਈ। ਪਰ ਹੁਣ ਸਮੱਸਿਆ ਇਹ ਹੋਈ, ਜਦੋਂ ਇਹਦੀ ਭਟਕਣਾ ਸ਼ੁਰੂ ਹੋਈ ਨਾ, ਇਹਨੇ ਕੀ ਕੀਤਾ ਕਿ ਉਹਨਾਂ ਲੋਕਾਂ ਦੇ ਕੋਲ ਗਿਆ ਜਿਨ੍ਹਾਂ ਨੇ ਧਰਮ ਦਾ ਪਹਿਰਾਵਾ ਧਾਰਨ ਕੀਤਾ ਸੀ, ਧਰਮ ਦਾ ਬਾਣਾ ਧਾਰਨ ਕੀਤਾ ਸੀ। ਉਹਨਾਂ ਕਿਹਾ, ਮੈਂ ਤੇਰੀ ਭਟਕਣਾ ਖਤਮ ਕਰ ਦੇਣਾ। ਤੁਸੀਂ ਅੱਜ ਵੀ ਜਾਓ, ਅਸੀਂ ਇਹਨਾਂ ਲੋਕਾਂ ਦੇ ਕੋਲੋਂ ਲੁੱਟੇ ਕਿਵੇਂ ਜਾਂਦੇ ਆ। ਉਹ ਕਹਿੰਦੇ ਨੇ ਕਿ ਭਲਿਆ ਤੇਰਾ ਸਮਾਂ ਖਰਾਬ ਹੈ। ਗ੍ਰਹਿਆਂ ਦੀ ਚਾਲ ਖਰਾਬ ਦੱਸੀ ਜਾਂਦੀ ਹੈ ਨਾ। ਯਾਦ ਰੱਖਿਓ, ਜੇ ਜੀਵਨ 'ਚ ਕੋਈ ਖਰਾਬੀ ਹੋਵੇ, ਅਸੀਂ ਖੁਦ ਸਹੀ ਕਰ ਸਕਦੇ ਹਾਂ। ਪੜ੍ਹਨ 'ਚ ਮੁਸ਼ਕਲ ਆ ਰਹੀ ਹੈ, ਸਮਝਣ 'ਚ ਮੁਸ਼ਕਲ ਆ ਰਹੀ ਹੈ, ਦਿਮਾਗ ਨਹੀਂ ਚੱਲਦਾ, ਇਹਦਾ ਹੱਲ ਅਸੀਂ ਆਪ ਕਰ ਸਕਦੇ ਹਾਂ। ਹੁਣ ਅਗਲੇ ਨੇ ਕਹਿ ਦਿੱਤਾ ਤੇਰਾ ਸਮਾਂ ਖਰਾਬ ਹੈ। ਹੁਣ ਸਮਾਂ ਠੀਕ ਕੌਣ ਕਰੇਗਾ? ਜਿੰਨੇ ਦੱਸਿਆ ਸਮਾਂ ਖਰਾਬ ਹੈ। ਬਸ ਉਹ ਸਮਾਂ ਖਰਾਬ ਦੱਸਣ ਵਾਲਾ ਹੀ ਤੁਹਾਨੂੰ ਲੁੱਟਣਾ ਸ਼ੁਰੂ ਕਰਦਾ ਹੈ। ਮਨੁੱਖ ਦੀ ਜਿਉਂ ਭਟਕਣਾ ਸ਼ੁਰੂ ਹੁੰਦੀ ਹੈ, ਇਹ ਭਟਕਦਾ ਭਟਕਦਾ ਕਦੀ ਡੇਰਿਆਂ 'ਤੇ ਜਾਂਦਾ ਹੈ, ਕਦੀ ਬਾਬਿਆਂ 'ਤੇ ਜਾਂਦਾ ਹੈ, ਕਦੀ ਮੰਦਰਾਂ 'ਚ ਜਾਂਦਾ ਹੈ, ਮਾਫ਼ ਕਰਨਾ ਮਸਜਿਦਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜਾਂਦਾ। ਰੱਬ ਇਹਨੂੰ ਫਿਰ ਵੀ ਕਿਤੇ ਨਹੀਂ ਲੱਭਦਾ। ਮਨੁੱਖ ਸਾਰੀ ਉਮਰ ਸਾਰੇ ਪਾਸੇ ਭਟਕ ਰਿਹਾ ਹੈ। ਅੰਮ੍ਰਿਤ ਬਾਣੀ ਕਹਿੰਦੀ ਹੈ, ਜਿੰਨਾ ਚਿਰ ਤੂੰ ਅੰਦਰ ਨੂੰ ਝਾਤੀ ਨਾ ਮਾਰੀ ਤੇ ਪਰਮਾਤਮਾ ਤੈਨੂੰ ਕਿਤੇ ਬਾਹਰੋਂ ਨਹੀਂ ਲੱਭਣਾ। ਪਰਮਾਤਮਾ ਤੇ ਅੰਦਰ ਸੀ ਨਾ, ਉਹ ਕਿਤੇ ਬਾਹਰ ਨਹੀਂ। ਜਿਹੜੀ ਚੀਜ਼ ਸਾਨੂੰ ਹਿਰਦੇ 'ਚੋਂ ਮਿਲਣੀ ਸੀ, ਜੀਵ ਉਹਨੂੰ ਬਾਹਰੋਂ ਜੰਗਲਾਂ ਦੇ ਵਿੱਚੋਂ, ਬਾਹਰੋਂ ਕੰਧਾਂ ਦੇ ਵਿੱਚੋਂ, ਬਾਹਰੋਂ ਜਿਹੜਾ ਹੈ ਉਹ ਦੀਵਾਰਾਂ ਦੇ ਵਿੱਚੋਂ, ਜਾਂ ਇਉਂ ਕਹਿ ਦੇਵਾਂ ਚਾਰ ਦੀਵਾਰੀਆਂ 'ਚੋਂ ਲੱਭਣਾ ਸ਼ੁਰੂ ਕਰ ਦਿੱਤਾ। ਜਿਸ ਪਰਮਾਤਮਾ ਨੇ ਅੰਦਰ ਜੌਂਕੜਾ ਲਾਇਆ ਸੀ, ਉਹਦੇ ਵੱਲ ਇਹਦਾ ਕਦੀ ਧਿਆਨ ਹੀ ਨਹੀਂ ਗਿਆ। ਤੇ ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਬਚਨ ਹੈ, ਬਾਬਾ ਫਰੀਦ ਸਾਹਿਬ ਜੀ ਦਾ। ਫਰੀਦ ਸਾਹਿਬ ਕਹਿਣਗੇ, ਫਰੀਦਾ ਕੀ ਹੋ ਗਿਆ, ਕਾਹਦੇ ਵਾਸਤੇ ਜੰਗਲ 'ਚ ਆ ਗਿਆ? ਤੂੰ ਰੱਬ ਨੂੰ ਲੱਭਣ ਆਇਆ ਹੈ ਨਾ। ਤੈਨੂੰ ਇਹ ਕਿੰਨੇ ਮੱਤ ਦੇ ਦਿੱਤੀ ਹੈ ਕਿ ਰੱਬ ਜਿਹੜਾ ਉਹ ਜੰਗਲ ਦੇ ਵਿੱਚ ਫਿਰਦਾ ਹੈ। ਉੱਥੇ ਫਰੀਦ ਸਾਹਿਬ ਦਾ ਬਚਨ ਹੈ, ਕਹਿਣ ਲੱਗੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ।
ਵਣ ਕੰਡੇ ਦਾ ਅਰਥ ਹੈ ਜੰਗਲਾਂ ਦੇ ਵਿੱਚ ਜਿਹੜੇ ਨੇ ਉਹ ਤੀਲੇ ਪੈਰਾਂ ਦੇ, ਤੇ ਮੋੜੇ ਦਾ ਅਰਥ ਹੈ ਮਿੱਧਦਾ ਫਿਰਦਾ ਹੈ, ਕੰਡੇ ਮਧਾਉਂਦਾ ਫਿਰਦਾ ਹੈ। ਪਤਾ ਨਹੀਂ ਟੇਢਿਆਂ ਮੇਢਿਆਂ ਰਾਹਾਂ ਦੇ ਵਿੱਚ ਕਿਵੇਂ ਦੁੱਖ ਝੱਲ ਕੇ ਤੇ ਜੰਗਲਾਂ 'ਚ ਰੱਬ ਨੂੰ ਲੱਭਣ ਚਲਾ ਗਿਆ। ਇਹ ਮਨੁੱਖ ਦਾ ਹਾਲ ਹੈ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੈ। ਕਹਿਣ ਲੱਗੇ ਰੱਬ ਨੂੰ ਲੱਭਣ ਤੁਰਿਆ ਤੇ ਯਾਦ ਰੱਖੀ ਵਸੀ ਰੱਬ ਹਿਆਲੀ ਹੈ। ਵਸੀ ਦਾ ਅਰਥ ਹੈ ਵੱਸਦਾ ਹੈ। ਕੌਣ? ਰੱਬ। ਹਿਆਲੀਏ ਦਾ ਅਰਥ ਹੈ ਹਿਰਦੇ ਵਿੱਚ। ਕਹਿਣ ਲੱਗੇ ਜਿਸ ਰੱਬ ਨੂੰ ਤੂੰ ਬਾਹਰ ਲੱਭਦਾ ਫਿਰਦਾ ਹੈ, ਯਾਦ ਰੱਖੀ ਉਹ ਰੱਬ ਤੇਰੇ ਹਿਰਦੇ ਦੇ ਵਿੱਚ ਲੁਕਿਆ ਫਿਰਦਾ ਹੈ। ਜੰਗਲ ਕਿਆ ਢੂੰਡੈ, ਮੈਨੂੰ ਦੱਸ ਤੂੰ ਜੰਗਲ ਦੇ ਵਿੱਚ ਲੱਭਦਾ ਕਿਹਨੂੰ ਫਿਰਦਾ, ਜੰਗਲ ਦੇ ਵਿੱਚ ਕਾਹਦੇ ਵਾਸਤੇ ਭਟਕਦਾ ਫਿਰਦਾ ਹੈ। ਮੇਰੇ ਕਹਿਣ ਦਾ ਭਾਵ ਗੁਰਮੁਖੋ ਇਹ ਹੈ ਕਿ ਗੁਰਮਤ ਇਹ ਗੱਲ ਕਹਿੰਦੀ ਹੈ ਕਿ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਹੈ। ਅਗਲੀ ਬੇਨਤੀ ਕਰਾਂ, ਜੇ ਪ੍ਰਮਾਤਮਾ ਹਿਰਦੇ ਦੇ ਵਿੱਚ ਹੈ, ਸਤਿਗੁਰੂ ਇੱਥੇ ਕਹਿਣ ਲੱਗੇ ਮੈਂ ਉਸ ਲੱਭਣਹਾਰੇ ਨੂੰ ਲੱਭ ਲਿਆ, ਉਹਨੂੰ ਫਿਰ ਲੱਭਿਆ ਕਿਵੇਂ ਜਾਂਦਾ ਹੈ? ਤੇ ਗੁਰਮਤ ਨੇ ਨਾ ਸਾਨੂੰ ਤਰੀਕਾ ਦੱਸਿਆ ਹੈ। ਕਹਿਣ ਲੱਗੇ ਤੁਸੀਂ ਕੀ ਕਰੋ, ਆਪਾਂ ਅੱਜ ਵੀ ਘਰਾਂ ਦੇ ਵਿੱਚ ਦੁੱਧ ਤੋਂ ਕਈ ਚੀਜ਼ਾਂ ਤਿਆਰ ਕਰਦੇ ਹਾਂ। ਦੁੱਧ ਤੋਂ ਦਹੀਂ ਤਿਆਰ ਹੁੰਦਾ ਹੈ, ਯਾਦ ਰੱਖਿਓ ਮੱਖਣ ਘਿਓ ਤਿਆਰ ਹੁੰਦਾ ਹੈ, ਪਨੀਰ ਤਿਆਰ ਹੁੰਦਾ, ਕਈ ਚੀਜ਼ਾਂ ਦੁੱਧ ਤੋਂ ਤਿਆਰ ਹੁੰਦੀਆਂ ਨੇ। ਪਰ ਹਰ ਇੱਕ ਚੀਜ਼ ਤਿਆਰ ਕਰਨ ਦਾ ਆਪੋ ਆਪਣਾ ਤਰੀਕਾ ਹੈ। ਸਤਿਗੁਰਾਂ ਨੇ ਕਿਹਾ ਜਿਵੇਂ ਇੱਕ ਬੀਬੀ ਦੁੱਧ ਦੇ ਵਿੱਚੋਂ ਘਿਓ ਦੀ ਪ੍ਰਾਪਤੀ ਕਰਦੀ ਹੈ, ਉਹ ਪ੍ਰਾਪਤੀ ਦੇ ਵਾਸਤੇ ਜਿਹੜਾ ਹੈ ਦਹੀਂ ਨੂੰ ਦੁੱਧ ਨੂੰ ਜਾਗ ਲਾਈ ਜਾਂਦੀ ਹੈ, ਫਿਰ ਮੱਖਣ ਨੂੰ ਰੇੜ ਕੇ ਪਾਇਆ ਜਾਂਦਾ, ਰਿੜਕਿਆ ਜਾਂਦਾ ਹੈ। ਰਿੜਕਣ ਤੋਂ ਬਾਅਦ ਦੇ ਵਿੱਚ ਮੱਖਣ ਮਿਲਦਾ ਹੈ ਤੇ ਉਹਨੂੰ ਤੱਤਾ ਕਰਕੇ ਤੇ ਜਿਹੜਾ ਘਿਓ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰਾਂ ਨੇ ਕਿਹਾ ਭਲਿਆ ਜਿਵੇਂ ਇੱਕ ਬੀਬੀ ਦੋ ਈਟੀਆਂ ਕਹਿੰਦੇ ਸਨ ਪੁਰਾਣੇ ਸਮੇਂ 'ਚ, ਮਧਾਣੀ ਜਦੋਂ ਚੱਲਦੀ ਸੀ ਨਾ ਜਿਹੜੀ ਰੱਸੀ, ਉਹਨੂੰ ਈਟੀਆਂ ਕਹਿੰਦੇ। ਉਹ ਜਿਵੇਂ ਇੱਕ ਦੋ ਈਟੀਆਂ ਦੇ ਨਾਲ ਕਦੀ ਸੱਜੇ ਕਦੀ ਖੱਬੇ ਨੂੰ ਖਿੱਚਦੀ ਹੈ, ਉਹ ਮੱਖਣ ਨੂੰ ਜਿਹੜਾ ਦੁੱਧ ਨੂੰ ਰੇੜਕਾ ਪੈਂਦਾ ਹੈ। ਯਾਦ ਰੱਖੀ ਆਪਣੇ ਸਵਾਸਾਂ ਦੀਆਂ ਈਟੀਆਂ ਬਣਾ ਕੇ ਤੇ ਤੂੰ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇ, ਤੇਰੇ ਹਿਰਦੇ ਨੂੰ ਰੇੜਕਾ ਪੈ ਜਾਵੇਗਾ। ਉਹ ਅਸੀਂ ਬਚਨ ਸਤਿਗੁਰਾਂ ਦਾ ਪੜ੍ਹਦੇ ਹਾਂ ਜੀ। ਇਹ ਦੋ ਤਿੰਨ ਸ਼ਬਦ ਆਉਂਦੇ ਨੇ। ਇੱਕ ਇਹ ਆਉਂਦਾ ਕਿ ਭਾਂਡਾ ਧੋਏ ਬੈਸ ਧੂਪ ਦੇਵਾਓ, ਤਉ ਦੂਧਿਆ ਕਉ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ ਜਪੋ, ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਕਹਿੰਦੇ ਇਹ ਮਨ ਈਟੀ ਹਾਥ ਕਰੋ ਫੁਨ, ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੈ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਕਹਿ ਲਗੇ ਨੇਤਰੋ ਦਾ ਅਰਥ ਹੈ ਉਹ ਰੱਸੀ ਜਿਹੜੀ ਮਧਾਣੀ ਦੇ ਦੁਆਲੇ ਲਵੇਟੀ ਜਾਂਦੀ ਹੈ। ਜਿਵੇਂ ਨੇਤਰਾ ਖਿੱਚਿਆ ਜਾਂਦਾ ਹੈ, ਦੁੱਧ ਨੂੰ ਰੇੜਕਾ ਪੈਂਦਾ ਹੈ। ਯਾਦ ਰੱਖੀ ਤੂੰ ਸਵਾਸ ਨੂੰ ਜੱਪੀ, ਹਿਰਦੇ ਨੂੰ ਰੇੜਕਾ ਪੈ ਕੇ ਜਿਵੇਂ ਅਖੀਰ ਤੇ ਮੱਖਣ ਤੋਂ ਘਿਓ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਅੰਦਰ ਟਿਕ ਕੇ ਅੰਦਰ ਨੂੰ ਟਿਕਾ ਕੇ ਗੁਰੂ ਗੁਰੂ ਜਪੇਗਾ, ਯਾਦ ਰੱਖੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸੋ ਸਤਿਗੁਰੂ ਇੱਥੇ ਸਮਝਾ ਰਹੇ ਨੇ। ਮੈਂ ਸ਼ਲੋਕ ਵੱਲ ਆ ਜਾਵਾਂ। ਕਹਿਣ ਲੱਗੇ ਮਾਲਕ ਨੇ ਮੇਰੇ ਉੱਤੇ ਕਿਰਪਾ ਕੀਤੀ, ਦਇਆ ਕੀਤੀ। ਕਹਿ ਲੱਗੇ ਲੱਦਮ ਲੱਭਣ ਹਾਰ, ਕਹਿ ਲਗੇ ਉਸ ਲੱਭਣਹਾਰ ਪ੍ਰਭੂ ਨੂੰ ਮੈਂ ਲੱਭ ਲਿਆ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਮੈਨੂੰ ਉਹਨੂੰ ਪ੍ਰਾਪਤ ਕਰ ਲਿਆ। ਕਿਵੇਂ ਪ੍ਰਾਪਤ ਕੀਤਾ ਜੀ? ਕਰਮ ਕਰਨ ਦੋ ਮਾਂ ਪਿਰੀ ਦਾ ਅਰਥ ਮੈਂ ਕੀਤਾ ਮੇਰਾ ਪਿਆਰਾ, ਮੇਰੇ ਪਿਆਰੇ ਅਕਾਲ ਪੁਰਖ ਨੇ ਜਦੋਂ ਮੇਰੇ ਤੇ ਕਰਮ ਦਾ ਅਰਥ ਕੀਤਾ ਹੈ ਬਖਸ਼ਿਸ਼। ਜਦੋਂ ਮੇਰੇ ਪਿਆਰੇ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਤੇ ਮੈਂ ਉਹਦੀ ਬਖਸ਼ਿਸ਼ ਦੇ ਨਾਲ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਲੱਭ ਲਿਆ, ਉਹਦੀ ਪ੍ਰਾਪਤੀ ਹੋ ਗਈ। ਹੁਣ ਪਰਮਾਤਮਾ ਦੀ ਪ੍ਰਾਪਤੀ ਹੋਈ ਤੇ ਪਤਾ ਲੱਗ ਗਿਆ ਇੱਕੋ ਸਿਰਜਣਹਾਰ। ਹੁਣ ਇਸ ਮਹਿਸੂਸ ਹੋ ਗਿਆ ਕਿ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਦੋਂ ਪਤਾ ਲੱਗ ਗਿਆ ਨਾਨਕ ਬਿਆ ਨਾ ਪਸੀ ਹੈ, ਕਹਿ ਲਗੇ ਮੈਂ ਉਹ ਤੋਂ ਬਾਅਦ ਕਦੀ ਦੂਸਰੇ ਨੂੰ ਵੇਖਣ ਦਾ ਵੀ ਯਤਨ ਨਹੀਂ ਕੀਤਾ। ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਨਾ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਧਰੇ ਨਹੀਂ ਆਨੇ। ਯਾਦ ਰੱਖਿਓ ਬੇੜੀ ਇੱਕ 'ਚ ਸਵਾਰ ਹੋ ਗਏ ਤੇ ਬੰਨੇ ਲੱਗੀਦਾ ਜੇ, ਦੋ ਬੇੜੀਆਂ ਦਾ ਸਵਾਰ ਕਦੇ ਵੀ ਪਾਸੇ ਨਹੀਂ ਲੱਗਦਾ। ਸਾਡੇ ਪਤਾ ਨਹੀਂ ਕਿੰਨੇ ਕੁ ਪਾਸੇ ਪੈਰ ਫਸਾਏ ਹੋਏ ਨੇ। ਅਸੀਂ ਗੁਰਦੁਆਰੇ ਵੀ ਆ ਜਾਂਦੇ ਹਾਂ ਤੇ ਪੰਡਤਾਂ ਦੇ ਕੋਲ ਵੀ ਚਲੇ ਜਾਂਦੇ ਹਾਂ, ਵੀਰਵਾਰ ਤੇਲ ਵੀ ਪਾ ਆਉਣਾ ਹੁੰਦਾ ਹੈ ਤੇ ਕਦੀ ਕਦੀ ਹੱਥ ਵੀ ਵਿਖਾ ਲੈਂਦੇ ਹਾਂ। ਸੋ ਇੱਦਾਂ ਬੰਦਾ ਬੰਨੇ ਨਹੀਂ ਲੱਗਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਪੜ੍ਹ ਦੇਣਾ ਮੈਂ। ਕਹਿਣ ਲੱਗੇ ਪਾਏ ਗਹੇ, ਜਦੋਂ ਦੇ ਪਾਏ ਦਾ ਅਰਥ ਹੈ ਪੈਰ, ਜਦੋਂ ਗਹੇ ਦਾ ਅਰਥ ਹੈ ਪਕੜਨਾ, ਜਦੋਂ ਦੇ ਤੇਰੇ ਚਰਨ ਪਕੜੇ ਨੇ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਧਰੇ ਨਹੀਂ ਆਨਿਓ। ਕਹਿਣ ਲੱਗੇ ਉਦੋਂ ਦਾ ਕਿਸੇ ਨੂੰ ਅੱਖ ਥੱਲੇ ਨਹੀਂ ਰੱਖਿਆ, ਭਾਵ ਅੱਖ ਚੁੱਕ ਕੇ ਕਿਸੇ ਵੱਲ ਵੇਖਿਆ ਨਹੀਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਧਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ। ਮਤ ਦਾ ਅਰਥ ਮਤਾ ਨਹੀਂ, ਮਤ ਦਾ ਅਰਥ ਮਤ ਮਤਾਂਦਰ। ਇਹ ਜਿੰਨੇ ਵੀ ਧਰਮ ਨੇ ਇਹਨਾਂ ਨੇ ਆਪਣੇ ਆਪਣੇ ਫਲਸਫੇ ਦੱਸਣ ਦਾ ਯਤਨ ਕੀਤਾ ਮੈਨੂੰ। ਤੇ ਤੁਸੀਂ ਸੱਚੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ। ਇਹ ਬ੍ਰਾਹਮਣਾਂ ਨੇ ਵੀ ਕਿਹਾ ਸੀ ਜੀ ਤੁਸੀਂ ਉਹ ਜਿਹੜਾ ਸ਼ਨੀ ਪੂਜਦੇ ਹੋ, ਜਿਹੜੇ ਸਿੰਘਾਂ ਨੇ ਬਾਅਦ 'ਚ ਉਹ
ਉਹ ਖੋ ਲਏ ਸਨ ਮਾਵਾਂ ਦੀ ਦਾਲ ਤੇ ਲੋਹਾ ਪੰਡਤ ਦੇ ਕੋਲੋਂ ਖੋ ਕੇ ਤੇ ਕੜੇ ਹੱਥ 'ਚ ਪਾ ਲਏ ਤੇ ਮਾਵਾਂ ਨੂੰ ਪੀਸ ਕੇ ਤੇ ਬੜੀਆਂ ਬਣਾ ਦਿੱਤੀਆਂ ਸਨ। ਸਤਿਗੁਰਾਂ ਦੇ ਸਾਹਮਣੇ ਇਹੋ ਜਿਹੇ ਇਤਿਹਾਸ ਦੇ ਵਿੱਚ ਕਈ ਪੱਖ ਆਏ। ਕਹਿਣਗੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ, ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ, ਹਮ ਏਕ ਨਾ ਜਾਣਿਓ ਕਿਉਂ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਿਖਾਣੇ। ਜਦੋਂ ਦੀ ਤੂੰ ਕਿਰਪਾ ਕੀਤੀ ਹੈ, ਇਹ ਮੈਂ ਨਹੀਂ ਕਹਿੰਦਾ ਪਰ ਤੂੰ ਕਰਕੇ ਵਿਖਾ ਦਿੱਤਾ, ਮੈਂ ਉਦੋਂ ਦਾ ਕਿਸੇ ਹੋਰ ਨੂੰ ਆਪਣੀ ਅੱਖ ਥੱਲੇ ਨਹੀਂ ਲੈ ਕੇ ਵੇਖਿਆ। ਇੱਥੇ ਸਤਿਗੁਰੂ ਕਹਿਣ ਲੱਗੇ ਇੱਕੋ ਸਿਰਜਣਹਾਰ ਨਾਨਕ ਬਿਆ ਨਾ ਪਸੀਐ। ਕਹਿਣਗੇ ਜਦੋਂ ਇੱਕ ਸਿਰਜਣਹਾਰ ਦੀ ਪ੍ਰਾਪਤੀ ਹੋ ਗਈ ਨਾ, ਉਦੋਂ ਕਿਸੇ ਹੋਰ ਦੂਸਰੇ ਦੇ ਵੱਲ ਤੱਕਣ ਦਾ ਯਤਨ ਨਹੀਂ ਕੀਤਾ। ਅਗਲਾ ਸ਼ਲੋਕ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਮਹੱਲਾ ਪੰਜਵਾਂ। ਕਹਿਣਗੇ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੈ। ਪਾਪੜਿਆਂ ਦਾ ਅਰਥ ਕਰਾਂਗੇ ਚੰਦਰੇ ਪਾਪ ਜਿਹੜੇ ਨੇ, ਜਿਹੜੇ ਕਿਸੇ ਪਾਸੇ ਨਹੀਂ ਸੀ ਲੱਗਣ ਦਿੰਦੇ। ਪਛਾੜ ਦਾ ਅਰਥ ਹੈ ਦੂਰ ਸੁੱਟ ਦਿੱਤੇ, ਉਹਨਾਂ ਨੂੰ ਪਿੱਛੇ ਛੱਡ ਆਇਆ। ਆਪਾਂ ਪੰਜਾਬੀ ਦਾ ਸ਼ਬਦ ਵਰਤਦੇ ਨਾ, ਪਛਾੜਨਾ, ਚੀਜ਼ ਨੂੰ ਪਿੱਛੇ ਛੱਡ ਦੇਣਾ। ਪਾਪੜਿਆਂ ਪਛਾੜ ਬਾਣ, ਬਾਣ ਦਾ ਅਰਥ ਹੁੰਦਾ ਜੀ ਤੀਰ। ਸਚਾਵਾ ਸੰਨ ਕੈ, ਕਹਿਣ ਲੱਗੇ ਮੈਂ ਪ੍ਰਮਾਤਮਾ ਦੇ ਸੱਚੇ ਸ਼ਬਦ ਦਾ ਬਾਣ ਬਣਾਇਆ, ਤੀਰ ਬਣਾਇਆ, ਖਿੱਚ ਕੇ ਜਿਸ ਵੇਲੇ ਪਾਪਾਂ ਦੇ ਵਿੱਚ ਮਾਰਿਆ ਤੇ ਪਾਪ ਜਿਹੜੇ ਮੇਰੇ ਲੀਰੋ ਲੀਰ ਹੋ ਗਏ। ਪਹਿਲੀ ਪੰਕਤੀ ਦੇ ਅਰਥ ਨੇ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੈ। ਇਹ ਬਾਣ ਵੱਜਿਆ ਕਿਵੇਂ ਜੀ? ਗੁਰ ਮੰਤਰੜਾ। ਇਹਨੂੰ ਯਾਦ ਰੱਖਿਓ, ਪੈਰ 'ਚ ਰਾਰਾ ਲੱਗਾ ਹੋਇਆ ਹੈ, ਮੰਮੇ ਟਿੱਪੀ ਤੱਤਾ ਮੰਤ, ਅੱਧਾ ਰਾਰਾ ਮਗਰ ਅੜਾੜਾ ਲੱਗਾ ਹੋਇਆ ਹੈ। ਸਾਡੀ ਮੁਸ਼ਕਲ ਇਸ ਗੱਲ 'ਤੇ ਹੈ, ਸਾਨੂੰ ਬਹੁਤ ਸਾਰੇ ਸ਼ਬਦਾਂ ਦਾ ਉਚਾਰਨ ਨਹੀਂ ਆਉਂਦਾ। ਸ਼ਬਦ ਹੈ ਅੜਾੜਾ, ਅਸੀਂ ਕੀ ਬੋਲਦੇ ਹਾਂ? ਰਾੜਾ। ਅਸੀਂ ਪਹਿਲਾਂ ਰਾਰਾ ਕਰ ਜਾਂਦੇ ਹਾਂ, ਮਗਰ ਅੜਾੜਾ ਪਲੱਸ ਕਰ ਜਾਂਦੇ ਹਾਂ। ਨਹੀਂ, ਇਹ ਇੱਦਾਂ ਨਹੀਂ। ਪੰਜਾਬੀ ਵਰਨਮਾਲਾ ਨੂੰ ਤੁਸੀਂ ਪੜ੍ਹੋਗੇ, ਇਹ ਦੋਵੇਂ ਅੜਾੜੇ ਲੱਗਣੇ ਨੇ। ਇਹਨੂੰ ਜ਼ੁਬਾਨ ਨੂੰ ਤਾਲੂ ਦੇ ਨਾਲ ਲਾ ਕੇ ਖੋਖਲਾ ਜਿਹਾ ਮੂੰਹ ਬਣਾਉਣਾ ਪੈਂਦਾ, ਅੜਾੜਾ। ਸੋ ਇੱਥੇ ਆਪਾਂ ਇਹਦਾ ਉਚਾਰਨ ਕਰਾਂਗੇ ਗੁਰ ਮੰਤਰੜਾ। ਕਹਿਣਗੇ ਗੁਰੂ ਦਾ ਜਿਹੜਾ ਮੰਤਰ ਹੈ, ਗੁਰ ਮੰਤਰੜਾ। ਚਿਤਾਰ, ਕਹਿਣਗੇ ਗੁਰੂ ਦੇ ਮੰਤਰ ਨੂੰ, ਚਿਤਾਰ ਦੇ ਰਾਰੇ ਨੂੰ ਸਿਹਾਰੀ ਅਰਥ ਕਰਾਂਗੇ, ਉਹਨੂੰ ਚਿਤਾਰ ਕੇ, ਉਹਨੂੰ ਸਿਮਰ ਕੇ। ਗੁਰ ਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ। ਕਹਿਣਗੇ ਯਾਦ ਰੱਖੀ ਤੂੰ ਗੁਰੂ ਦੇ ਸ਼ਬਦ ਨੂੰ ਚਿਤਾਰ, ਗੁਰੂ ਦੇ ਸ਼ਬਦ ਨੂੰ ਜਪ, ਕਦੀ ਤੇਰਾ ਹਿਰਦਾ ਦੁਖੀ ਨਹੀਂ ਹੋਵੇਗਾ, ਕਦੀ ਤੂੰ ਦੁਖੀ ਨਹੀਂ ਹੋਵੇਗਾ। ਇਹ ਦੂਸਰੇ ਸ਼ਲੋਕ ਦੇ ਅਰਥ ਨੇ। ਮੈਂ ਇੱਥੇ ਇੱਕ ਕਬੀਰ ਸਾਹਿਬ ਦਾ ਸ਼ਲੋਕ ਸਾਂਝਾ ਕਰਨਾ ਚਾਹੁੰਦਾ। ਯਾਦ ਰੱਖਿਓ, ਮਨੁੱਖ ਦੀ ਵਿਕਾਰਾਂ ਨੇ ਬੱਸ ਕਰਾਈ ਪਈ ਹੈ, ਮਨੁੱਖ ਦੀ ਵਾਹ ਪੇਸ਼ ਨਹੀਂ ਜਾਂਦੀ। ਪਰ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ, ਸ਼ਬਦ ਦਾ ਇਹੋ ਜਿਹਾ ਤੀਰ ਚਲਾਇਆ ਕਿ ਜਿਹੜੇ ਮੇਰੇ ਪਾਪ ਸਨ ਉਹ ਲੀਰੋ ਲੀਰ ਹੋ ਗਏ। ਇਸੇ ਸ਼ਲੋਕ ਦੀ ਵਿਚਾਰ ਜਿਹੜੀ ਹੈ ਉਹ ਕਬੀਰ ਸਾਹਿਬ ਦਾ ਇੱਕ ਸ਼ਲੋਕ ਕਰੇਗਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਉੱਥੇ ਬਾਣ ਦਾ ਅਰਥ ਵੀ ਤੀਰ ਹੈ। ਕਹਿਣਗੇ ਗੁਰੂ ਸੂਰਮੇ ਦੇ ਕੋਲ ਗਿਆ ਨਾ, ਗੁਰੂ ਸੂਰਮੇ ਨੇ ਇੱਕ ਖਿੱਚ ਕੇ ਤੀਰ ਮਾਰਿਆ ਮੇਰੇ ਹਿਰਦੇ ਦੇ ਵਿੱਚ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਕਹਿਣਗੇ ਕਿਸੇ ਦੇ ਛਾਤੀ ਦੇ ਵਿੱਚ ਤੀਰ ਲੱਗੇ, ਉਹ ਮੂਧੜੇ ਮੂੰਹ ਡਿੱਗ ਪੈਂਦਾ ਹੈ, ਕਲੇਜੇ ਦੇ ਵਿੱਚ, ਛਾਤੀ 'ਚ ਆਰ ਪਾਰ ਹੋ ਜਾਂਦਾ ਹੈ। ਗੁਰੂ ਦੇ ਕੋਲ ਗਿਆ ਸਾ, ਗੁਰੂ ਨੇ ਸ਼ਬਦ ਦਾ ਇਹੋ ਜਿਹਾ ਤੀਰ ਮਾਰਿਆ, ਮੇਰੇ ਹੰਕਾਰ ਦੇ ਦੋ ਫਾੜ ਹੋ ਗਏ, ਹੰਕਾਰ ਮੂਧੜੇ ਮੂੰਹ ਡਿੱਗ ਪਿਆ ਤੇ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਪੇਦ ਹੋ ਗਿਆ। ਯਾਦ ਰੱਖਿਓ, ਗੁਰੂ ਦਾ ਸ਼ਬਦ ਜਿਹੜਾ ਹੈ ਇਹ ਬਾਣ ਵਾਂਗ ਲੱਗਦਾ ਹੈ। ਤੇ ਅੰਮ੍ਰਿਤ ਬਾਣੀ ਨੇ ਇਹ ਗੱਲ ਕਹੀ ਹੈ, ਜਦੋਂ ਉਹਦਾ ਇੱਕ ਸ਼ਬਦ ਤੁਸੀਂ ਪੜ੍ਹਦੇ ਜੇ ਅਨਿਆਲੇ ਅਣੀਆਂ ਰਾਮ ਰਾਜੀ। ਸਵੇਰੇ ਜਦੋਂ ਆਸਾ ਦੀ ਵਾਰ ਲੱਗਦੀ ਹੈ, ਉੱਥੇ ਅਨਿਆਲੇ ਤੀਰ ਦਾ ਵੀ ਜ਼ਿਕਰ ਆਉਂਦਾ ਹੈ। ਤੇ ਮੈਨੂੰ ਯਾਦ ਹੈ, ਮੈਂ ਇਹਦੇ ਅਰਥ ਕਰਦਿਆਂ ਹੋਇਆ ਕਿ ਅਸੀਂ ਅਨਿਆਲੇ ਤੀਰ ਤੇ ਦੂਜੇ ਤੀਰ 'ਚ ਅੰਤਰ ਹੁੰਦਾ ਹੈ। ਮੈਂ ਅਰਜ਼ ਕਰ ਦੇਣਾ, ਜਿਹੜਾ ਅਨਿਆਲੇ ਤੀਰ ਹੁੰਦਾ ਹੈ ਨਾ, ਇਹ ਦੂਸਰੇ ਤੀਰ ਦੇ ਵਾਂਗ ਸਾਈਡਾਂ 'ਤੇ ਨਾ ਕੰਡੇ ਬਣਾਏ ਹੁੰਦੇ ਨੇ, ਇਹਦੇ ਟਕੋਰੇ ਦੇ ਨਾਲ ਕਢਾਈ ਕਰਕੇ ਨਾ ਇਹਦੇ ਕੰਡੇ ਬਣਾਏ ਹੁੰਦੇ ਨੇ। ਇਹ ਇੱਕ ਵਾਰੀ ਧੱਸ ਜਾਵੇ, ਇਹਨੂੰ ਬਾਹਰ ਨਹੀਂ ਖਿੱਚ ਸਕਦੇ। ਆਮ ਤੁਸੀਂ ਤੀਰ ਦੇਖੋਗੇ, ਚਲੋ ਅੱਜ ਵੀ ਗੁਰੂ ਘਰਾਂ ਦੇ ਵਿੱਚ ਸਾਨੂੰ ਪੁਰਾਤਨ ਤੀਰਾਂ ਦੇ ਦਰਸ਼ਨ ਹੁੰਦੇ ਨੇ, ਜਾਂ ਅੱਜ ਵੀ ਕਈ ਤੀਰ ਤੁਹਾਨੂੰ ਦੇਖਣ ਨੂੰ ਮਿਲ ਗਏ, ਉਹ ਸਿਰਫ ਵੀ ਸ਼ੇਪ 'ਚ ਨੇ, ਉਹ ਵੱਜ ਗਏ ਸੀਨੇ 'ਚੋਂ ਬਾਹਰ ਕੱਢਿਆ ਜਾ ਸਕਦਾ, ਉਹ 'ਚ ਚਾਂਸ ਹੈ ਮਨੁੱਖ ਬਚ ਸਕਦਾ ਹੈ। ਪਰ ਯਾਦ ਰੱਖਿਓ, ਜਿਹੜਾ ਇਹ ਤੀਰ ਹੁੰਦਾ ਹੈ ਨਾ, ਇਹਨੂੰ ਸਾਈਡਾਂ 'ਤੇ ਕੰਡੇ ਬਣੇ ਹੁੰਦੇ ਨੇ, ਕੰਡਿਆਂ ਦੇ ਵਾਂਗ ਕਢਾਈ ਕੀਤੀ ਹੁੰਦੀ ਹੈ। ਜਦੋਂ ਬਾਹਰ ਖਿੱਚਦੇ ਤੇ ਅੰਦਰੋਂ ਅੰਦਰਾਂ ਦਾ ਰੁੱਗ ਨਾਲ ਹੀ ਬਾਹਰ ਆ ਜਾਂਦਾ, ਇਹਦੇ ਵੱਜਣ ਦੇ ਨਾਲ ਬੰਦੇ ਦਾ ਬਚਣ ਦਾ ਚਾਂਸ ਨਹੀਂ ਬਚਦਾ। ਗੁਰਬਾਣੀ ਨੇ ਅਨਿਆਲੇ ਤੀਰ ਵੀ ਵਰਤਿਆ ਹੈ, ਦੂਜਾ ਤੀਰ ਵੀ ਸ਼ਬਦ ਵਰਤਿਆ ਹੈ। ਮੇਰੇ ਕਹਿਣ ਦਾ ਭਾਵ, ਜਦੋਂ ਗੁਰੂ ਸ਼ਬਦ ਦਾ ਬਾਣ ਚਲਾਉਂਦਾ ਹੈ ਨਾ, ਯਾਦ ਰੱਖਿਓ ਉਦੋਂ ਪਾਪਾਂ ਨੂੰ ਭੱਜਣ ਲੱਗਿਆ ਰਾਹ ਕੋਈ ਨਹੀਂ ਮਿਲਦਾ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ, ਪਾਪੜਿਆਂ ਪਛਾੜ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਮੇਰੇ ਪਾਪਾਂ ਨੂੰ ਤੋੜ ਕੇ ਮਰੋੜ ਕੇ ਮਾਰ ਕੇ ਪਰੇ ਸੁੱਟ ਦਿੱਤਾ। ਕਿਵੇਂ?
ਬਾਣ ਸਚਾਵਾ ਸੰਨ ਕਹਿ, ਮੈਨੂੰ ਇੱਕ ਜਿਹੜਾ ਸੀ ਸ਼ਬਦ ਦਾ ਬਾਣ ਖਿੱਚ ਕੇ ਮਾਰਿਆ। ਗੁਰ ਮੰਤਰ ਦਾ ਚਿਤਾਰ, ਜਦੋਂ ਦਾ ਮੈਂ ਗੁਰੂ ਦੇ ਮੰਤਰ ਦਾ ਚਿਤਾਰ ਦਾ ਅਰਥ ਹੈ ਸਿਮਰਨਾ ਕੀਤਾ, ਉਹਨੂੰ ਚੇਤੇ ਕੀਤਾ। ਨਾਨਕ ਦੁੱਖ ਨਾ ਥੀ ਵਈ, ਕਹਿਣ ਲੱਗੇ ਹੁਣ ਹਿਰਦਾ ਦੁਖੀ ਨਹੀਂ, ਹਿਰਦੇ ਦੇ ਵਿੱਚ ਸੁੱਖ ਹੀ ਸੁੱਖ ਆ ਗਿਆ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪੌੜੀ, ਕਹਿਣ ਲੱਗੇ ਵਾਹ ਵਾਹ ਸਿਰਜਨਹਾਰ ਪਾਈਨ ਠਾਂਡ ਆਪ। ਇੱਥੇ ਠਾਂਡ ਪੜਾਂਗੇ ਆਪਾਂ, ਠਾੜ ਨਹੀਂ, ਮੈਂ ਉਦੋਂ ਅਰਥ ਕੀਤੇ ਸਨ। ਠਾੜ ਦਾ ਅਰਥ ਹੈ ਖੜੇ ਹੋਣਾ, ਠਾਂਡ ਦਾ ਅਰਥ ਹੈ ਠੰਡ। ਕਹਿਣ ਲੱਗੇ ਭਲਿਆ ਜਿਸ ਪਰਮਾਤਮਾ ਨੇ ਹਿਰਦੇ ਦੇ ਵਿੱਚੋਂ ਬਲਦੇ ਹੋਏ ਪਾਪਾਂ ਦੀ ਅੱਗ ਨੂੰ ਖਤਮ ਕਰਕੇ ਹਿਰਦੇ 'ਚ ਸ਼ਾਂਤੀ ਲਿਆ ਦਿੱਤੀ ਹੈ ਨਾ, ਉਹਨੂੰ ਵਾਹੋ ਵਾਹੋ ਕਹਿ, ਉਹਦੀ ਵਡਿਆਈ ਕਰ। ਵਾਹੋ ਵਾਹੋ ਸਿਰਜਨਹਾਰ, ਉਸ ਪਰਮਾਤਮਾ ਨੂੰ ਸ਼ਾਬਾਸ਼ ਕਹਿ, ਉਹਦੀ ਵਡਿਆਈ ਕਰ। ਕਿਉਂ? ਪਾਈਆਂ ਨੇ ਠਾਂਡ ਆਪ, ਉਸ ਪਰਮਾਤਮਾ ਨੇ ਤਪਦੇ ਹੋਏ ਹਿਰਦੇ ਨੂੰ ਆਪ ਠੰਡਿਆ ਕਰ ਦਿੱਤਾ। ਜੀ ਜੰਤ ਮਿਹਰਬਾਨ, ਜਿਹੜਾ ਜੀਵਾਂ ਜਨਤਾਂ ਦੇ ਉੱਤੇ ਮਿਹਰ ਕਰਦਾ ਹੈ, ਉਹ ਕੱਲੀ ਤੇਰੇ ਤੇ ਨਹੀਂ, ਉਹ ਹਰੇਕ ਜੀਵ ਦੇ ਉੱਤੇ ਕਿਰਪਾ, ਉਹਦੇ ਤੇ ਦਇਆ, ਉਹਦੇ ਤੇ ਰਹਿਮਤ ਕਰਦਾ ਹੈ। ਜੀ ਜੰਤ ਮਿਹਰਬਾਨ ਤੇ ਸੁਣੋ ਸਦਾ ਜਾਪ, ਉਸ ਪਰਮਾਤਮਾ ਦਾ ਸਦਾ ਜਾਪ ਕਰਿਆ ਕਰ। ਮੈਂ ਕੱਲ ਵੀ ਕਿਹਾ ਸੀ ਗੁਰਮੁਖੋ, ਸਮਾਂ ਜਿਵੇਂ ਦਾ ਮਰਜ਼ੀ ਆ ਜੇ, ਰਸ ਆਵੇ ਜਾਂ ਨਾ ਆਵੇ, ਸਿੱਖ ਜਿਹੜਾ ਉਹ ਸਿਮਰਨ ਨਾ ਛੱਡੇ, ਸਿੱਖ ਜਿਹੜਾ ਬਾਣੀ ਨਾ ਛੱਡੇ। ਇੱਕੋ ਮੈਂ ਬੇਨਤੀ ਕਰਾਂ, ਅੱਜ ਸਾਡੀ ਸਮੱਸਿਆ ਇਹ ਹੈ, ਅਸੀਂ ਖੁਸ਼ੀਆਂ ਗੁਰੂ ਘਰ ਦੇ ਵਿੱਚੋਂ ਮੰਗਦੇ ਹਾਂ ਤੇ ਮਨਾਉਣੇ ਠੇਕਿਆਂ ਦੇ ਉੱਤੇ ਜਾ ਕੇ। ਕਿਤੇ ਸਾਨੂੰ ਸੁਮੱਤ ਆ ਜਾਵੇ, ਅਸੀਂ ਜੇ ਦਾਤ ਗੁਰੂ ਦੇ ਕੋਲ ਮੰਗੀਏ ਤੇ ਸ਼ੁਕਰਾਨਾ ਉਹਦੇ ਸਿਮਰਨ ਦੇ ਨਾਲ ਕਰੀਏ। ਪਰ ਇਹ ਅੱਜ ਮੈਨੂੰ ਪਤਾ ਹੈ, ਖਾਸ ਕਰਕੇ 2 ਸਮਿਆਂ ਤੇ ਸਾਡੇ ਘਰ 'ਚ ਨਿਤਨੇਮ ਤਕਰੀਬਨ 80 ਜਿਹੜਾ ਇਹ 90-95% ਨਹੀਂ ਹੁੰਦਾ। ਇੱਕ ਜਿੱਦਣ ਵਿਆਹ ਹੁੰਦਾ ਉਦੋਂ ਨਿਤਨੇਮ ਨਹੀਂ ਅਸੀਂ ਕਰਦੇ, ਇੱਕ ਜਿੱਦਣ ਮੌਤ ਹੁੰਦੀ ਅਸੀਂ ਉਦੋਂ ਨਿਤਨੇਮ ਨਹੀਂ ਕਰਦੇ। ਪਰ ਇਹੋ ਤੇ 2 ਸਮੇਂ ਪਰਖਦੇ ਨੇ। ਜਿੱਦਣ ਖੁਸ਼ੀ ਆਵੇ ਤੂੰ ਰੱਬ ਨੂੰ ਉਦਣ ਵੀ ਨਾ ਭੁੱਲ, ਜਿੱਦਣ ਅੱਤ ਦੇ ਦੁੱਖ ਆ ਜਾਣ ਰੱਬ ਨੂੰ ਤੂੰ ਉਦਣ ਵੀ ਨਾ ਭੁੱਲ। ਯਾਦ ਰੱਖੀ ਤੂੰ ਕਿਤੇ ਮਰਦਾ ਨਹੀਂ, ਕਿਤੇ ਤੈਨੂੰ ਉਹ ਕੋਈ ਵਿਕਾਰ ਹੈ ਵੀ ਨਹੀਂ ਹੋਵੇਗਾ। ਸਤਿਗੁਰੂ ਕਹਿ ਲਗੇ ਜਿਹੜਾ ਮਾਲਕ ਜੀ ਜਨਤਾ ਤੇ ਮਿਹਰ ਕਰਦਾ ਹੈ, ਜੀ ਜੰਤ ਮਿਹਰਬਾਨ, ਤੇ ਇਸ ਨੂੰ ਸਦਾ ਜਾਪ, ਉਹਨੂੰ ਸਦਾ ਜਪਿਆ ਕਰ, ਉਹਦਾ ਸਦਾ ਸਿਮਰਨ ਕਰਿਆ ਕਰ। ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ, ਕਹਿਣ ਲੱਗੇ ਜਦੋਂ ਉਸ ਪਰਮਾਤਮਾ ਨੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਨੇ ਦਇਆ ਕਰ ਦਿੱਤੀ ਨਾ, ਬਿਲ ਬਿਲਾਪ ਦਾ ਅਰਥ ਕਰਾਂਗੇ ਰੋਣੇ ਝੋਣੇ ਜਿੰਨੇ ਵੀ ਸਾਡੇ ਨੇ, ਅਸੀਂ ਜਿਹੜੇ ਵਿਲਕਦੇ ਪਏ ਆ। ਮਨੁੱਖ ਰੋਂਦਾ ਪਿਆ ਹੈ, ਆਤਮਾ ਰੋਂਦੀ ਹੈ, ਪਰ ਇਹਨੂੰ ਪਤਾ ਨਹੀਂ ਲੱਗਦਾ ਮੈਂ ਰੋਂਦਾ। ਕਈ ਦੁੱਖ ਇੱਦਾਂ ਦੇ ਨੇ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ। ਸਤਿਗੁਰੂ ਕਹਿਣਗੇ ਤੂੰ ਪਰਮਾਤਮਾ ਦਾ ਨਾਮ ਜਪੀ, ਯਾਦ ਰੱਖੀ ਪਰਮਾਤਮਾ ਉਹਨਾਂ ਰੋਣਿਆਂ ਧੋਣਿਆਂ ਨੂੰ ਚੁੱਕ ਦੇਵੇਗਾ, ਖਤਮ ਕਰ ਦੇਵੇਗਾ ਆਪ ਦਇਆ ਕਰਕੇ। ਦਇਆ ਧਾਰੀ ਸਮਰੱਥ ਚੁੱਕੇ ਬਿਲਪ ਬਿਲਾਪ। ਅੱਗੇ ਕਹਿਣਗੇ ਨੱਠੇ ਤਾਪ ਦੁੱਖ ਰੋਗ, 3 ਸ਼ਬਦ ਵਰਤੇ ਨੇ। ਕਹਿਣ ਲੱਗੇ ਇਹ ਤਿੰਨੇ ਚੀਜ਼ਾਂ, ਤਾਪ ਦੇ ਅਰਥ ਬੁਖਾਰ ਵੀ ਹੈ, ਤਾਪ ਦੇ ਅਰਥ 3 ਤਾਪ ਵੀ ਆਏ ਨੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ, ਸੁਖ ਰਾਸ। ਉਹ 3 ਤਾਪ ਨੇ, ਆਦਿ ਵਿਆਦੀ ਤੇ ਉਪਾਦੀ, ਸੰਸਾਰਿਕ ਸਰੀਰਕ ਤੇ ਮਾਨਸਿਕ। ਇਹ 3 ਕੁਦਰਤੀ ਆਫਤਾਂ ਜਿਹਨੂੰ ਕਹਿੰਦੇ, ਉਹ ਇਹ 3 ਤਾਪ ਨੇ। ਕਹਿਣ ਲੱਗੇ ਪਰਮਾਤਮਾ ਉਹ ਤਾਪ ਵੀ ਖਤਮ ਕਰ ਦਿੰਦਾ, ਦੁੱਖ ਵੀ ਖਤਮ ਕਰੇਗਾ ਤੇ ਅੰਦਰ ਦੇ ਰੋਗ ਵੀ ਖਤਮ ਕਰ ਦੇਵੇਗਾ। ਨੱਠੇ ਤਾਪ ਦੁੱਖ ਰੋਗ ਖਤਮ ਕਿਵੇਂ ਹੋਣਗੇ? ਪੂਰੇ ਗੁਰ ਪ੍ਰਤਾਪ, ਜਦੋਂ ਸਿਮਰਨ ਕਰੇਗਾ ਤੇ ਸਿਮਰਨ ਦੇ ਵਿੱਚੋਂ ਗੁਰੂ ਦਾ ਪ੍ਰਤਾਪ ਪਵੇਗਾ। ਯਾਦ ਰੱਖੀ ਪ੍ਰਤਾਪ ਅੰਦਰ ਦੇ ਜਿਹੜੇ ਪਾਪਾਂ ਨੂੰ, ਜਿਹੜਾ ਹੈ ਤਾਪਾਂ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ। ਅੱਜ ਵੀ ਨਾ ਮੈਂ ਇੱਕ ਉਦਾਹਰਨ ਦੇ ਦੇਣਾ, ਜਿਹੜੇ ਸਾਇੰਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਵੇਗਾ। ਅੱਜ ਵੀ ਸੂਰਜ ਦੀ એનર્ਜੀ ਨੂੰ ਇਕੱਠਿਆਂ ਕਰਕੇ ਲੈਂਜ ਦੇ ਨਾਲ ਤੁਸੀਂ ਸਾਹਮਣੇ ਪਏ ਹੋਏ ਕਿਸੇ ਵੀ ਚੀਜ਼ ਨੂੰ ਅੱਗ ਲਾ ਸਕਦੇ ਜੇ। ਕਾਗਜ਼ ਨੂੰ ਅਸੀਂ ਪ੍ਰੈਕਟੀਕਲ ਕਰਦੇ ਆਏ। ਤਾਕਤ ਹਰੇਕ ਚੀਜ਼ ਦੇ ਕੋਲ ਹੈ, ਸਾਨੂੰ ਵਰਤਣ ਦੀ ਜਾਂਚ ਹੋਣੀ ਚਾਹੀਦੀ ਹੈ। ਯਾਦ ਰੱਖਿਓ ਸਿਮਰਨ ਦਾ ਵੀ ਪ੍ਰਤਾਪ ਹੈ, ਤੈਨੂੰ ਉਹਨੂੰ ਇਕੱਠੇ ਕਰਨ ਦੀ ਜਾਂਚ ਹੋਣੀ ਚਾਹੀਦੀ। ਤੂੰ ਸਿਮਰਨ ਕਰ ਤੇ ਸਹੀ। ਯਾਦ ਰੱਖੀ ਪਰਮਾਤਮਾ ਇਹਨਾਂ ਪਾਪਾਂ ਨੂੰ ਵੀ ਖਤਮ ਕਰਕੇ ਰਾਖ ਕਰਕੇ ਰੱਖ ਦੇਵੇਗਾ। ਕੀਤੀਆਂ ਆਪਣੀ ਰੱਖ ਗਰੀਬ ਨਵਾਜ ਥਾਪ, ਕਹਿਣ ਲੱਗੇ ਉਹ ਪਰਮਾਤਮਾ ਫਿਰ ਆਪ ਰੱਖਿਆ ਜੀਵ ਦੀ ਕਰਦਾ ਹੈ। ਕਦੋਂ? ਗਰੀਬ ਨਵਾਜ, ਜਦੋਂ ਉਹ ਗਰੀਬੀ ਨੂੰ ਨਵਾਜਦਾ ਹੈ, ਭਾਵ ਜਦੋਂ ਉਹ ਕਿਸੇ ਲਤਾੜੇ ਹੋਏ ਤੇ ਕਿਸੇ ਅਜਿਜ਼ ਤੇ ਜਿਹੜਾ ਉਹ ਰਹਿਮਤ ਕਰਦਾ ਹੈ ਨਾ, ਉਹ ਗਰੀਬ ਨਵਾਜੀ ਕਰਕੇ ਤੇ ਉਹਨੂੰ ਪਾਤਸ਼ਾਹੀਆਂ ਦੇ ਕੇ ਥਾਪ ਦਿੰਦਾ ਹੈ, ਉਹਦੇ ਉੱਤੇ ਪਰਮਾਤਮਾ ਰਹਿਮਤ ਕਰ ਦਿੰਦਾ ਹੈ। ਇੱਕ ਭਗਤ ਰਵਿਦਾਸ ਜੀ ਦਾ ਵੀ ਬਚਨ, ਐਸੀ ਲਾਲ ਤੁਝ ਬਿਨ ਕੌਣ ਕਰੇ ਆਏ ਗਰੀਬ ਨਵਾਜ ਥਾਪ। ਜਦੋਂ ਉਹ ਰਹਿਮਤ ਕਰਨ ਤੇ ਆਉਂਦਾ ਹੈ ਤੇ ਯਾਦ ਰੱਖਿਓ ਉਹ ਹਰੇਕ ਤਰ੍ਹਾਂ ਦਾ ਜਿਹੜਾ ਦੁੱਖ ਕਲੇਸ਼ ਖਤਮ ਕਰਕੇ ਰੱਖ ਦਿੰਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤਰੇ। ਇਹਨੂੰ ਗੁਰੂ ਰਾਮਦਾਸ ਜੀ ਵੀ ਕਹਿੰਦੇ ਨੇ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ
कोई बात ना पूछता गुर सतगुर संग कीरे हम थापे कहणगे दया धारी समरथ चुके बिलप बिलाप। इत्थे सतगुरु कहणगे कीतियां अपनी रख गरीब निवाज थाप। वो गरीबां नूं निवाजन वाला एक दिन तेनू गरीब निवाजी करके जिहड़ा वो थाप देवेगा, तेरे ते बख्शिश कर देवेगा। आपे लयन छडाए बंधन सगल काप। काप का अर्थ है कट के। कहणगे परमात्मा आप तेरे माया के विकारां दे बंधन कट के याद रखी तेनों इन्हां चीज़ां दे कोलों विकारां दे जाल चों आप छडा लवेगा। तिशन बुझी आस पुन्नी मन संतोख धराप। धराप का अर्थ हुंदा रजना। कहणगे मनुख की जिहड़ी सी तृष्णा खत्म हो गई। तृष्णा सानू बहन नहीं ना देंदी। याद रखियो जिद्दन तृष्णा खत्म हो जाती है मनुख उदन रज जाता है। जिन्ना चिर तृष्णा खत्म ना हो तुसी करोड़ां रुपया इकट्ठा कर लो मनुख नहीं जे रजदा। असी मेरे को हुण समा नहीं, मैं 1 मिनट बेनती कर देना। किसी गरीब नूं तुसी पुछो अज दे समय च जिहड़ी घट्टो घट दिहाड़ी है 300-400 रुपया है, 10-12 हज़ार बनता है। उन्होंने आखो तेन किन्ना क मिले गुजारा हो जाएगा, आखेगा मेरा 20,000 ना हो जाना। जिहड़ा 20 कमाउंदा है वो कहंदा 10 होर मिल जे। टपदा टपदा अंबानी भी करजाई होया फिरदा। जे याद रखियो रजदा कोई नहीं। साडे देश दे असी उन्हां नूं अमीरां दे विचों गिणदे आ ना। तुसी उहदी हिस्टरी कढ के वेखो, उहने अद्धा हिंदुस्तान आप खादा पिया विचारे ने। इस करके कदी कोई पैसे नाल नहीं रजदा, बिना संतोख नहीं को राजे। जे कोई रजदा तो वह गुरु की रहमत के नाल, जिहदी तृष्णा खत्म होंदी है, शब्द की बख्शिश के नाल रजदा। सतगुरु कह लगे तिशन बुझी, ਉਹਦੇ अंदर दी तृष्णा खत्म हो गई। आस पुन्नी इच्छा जड़ियाँ सन पूरियां हो गई। मन संतोख, मन दे विच संतोख आ गया। तराप, तराप का अर्थ है वह तृप्त हो गया, वह रज गया। जो रज गया अखीर ते सतगुरु कह लगे वड्डी हूँ वड्डा अपार खसम। कहणगे जिस लेप ना पुन पाप। कहणगे वो परमात्मा वड्डे तो वड्डा है। वड्डी हूँ वड्डा अपार, जिहदा पारावार नहीं पाया जा सकता। खसम का अर्थ हुंदा, अखरी अर्थ करांगे पति, भाव अर्थ करांगे मालक। कहणगे वो परमात्मा मालक सारियां दा खसम, सारियां तो वड्डा है, उहदा पारावार नहीं पाया जा सकता। याद रखी जिन्हों ना कोई पाप है तो ना कोई पुण्य का लेप लग सकता है। जिस लेप ना पुण्य पाप, लेप का अर्थ हुंदा लेपन, लबेड़ना। कहणगे परमात्मा नूं पाप पुण्य का लेपन नहीं लग सकता। उहदे वर्गी हस्ती कोई नहीं। हाँ जिहड़ा उहदे नाल जुड़ जाता है उहदा जीवन सफल हो जाता। सो ये सी 13वीं पौड़ी की विचार। समुचा तत्त भाव यह है कि परमात्मा साडे हिरदे च मौजूद है। जदों गुरु के शब्द के द्वारा लभण का यत्न करते तो वह परमात्मा की सानू प्राप्ति हो जाती है। इन्नियां बेनतियां प्रवान होईयां, भुलां गलतियां की खिमा। आओ पावन पंक्तियां का जाप सरवण करके समाप्ति करिए। तिशन बुझी आस पुन्नी मन संतोख तराप। वड्डी हूँ वड्डा अपार खसम, जिस लेप ना पुण्य पाप। वाहिगुरु जी का खालसा, वाहिगुरु जी की